ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਪੰਜਾਬੀ ਦਾ ਕੰਪਲੀਟ ਸਿਲੇਬਸ ਜਿਹੜਾ ਹੈਗਾ ਉਹ ਤੁਹਾਨੂੰ ਇਸ ਚੈਨਲ ਦੇ ਉੱਪਰ ਹੱਲ ਕਰਵਾਇਆ ਜਾਵੇਗਾ। ਸੋ ਚੈਨਲ ਦੇ ਨਾਲ ਲਗਾਤਾਰ ਜੁੜੇ ਰਹੋ। ਅੱਜ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਮਾਲਾ ਦੇ ਵਾਰਤਕ ਭਾਗ ਦੇ ਵਿੱਚੋਂ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਦਾ ਲਿਖਿਆ ਹੋਇਆ ਲੇਖ ਮਹਾਕਵੀ ਕਾਲੀਦਾਸ ਅਸੀਂ ਪੜਾਂਗੇ। ਕੋਈ ਹਿੰਦੁਸਤਾਨ ਦਾ ਕਲਾਕਾਰ ਸਿਆਣਾ ਆਖ ਗਿਆ ਹੈ, ਲੋਕ ਜਿਸ ਜੋਬਨਵੰਤੀ ਸੁੰਦਰੀ ਨੂੰ ਕਵਿਤਾ ਦੇ ਨਾਂ ਨਾਲ ਸੱਦਦੇ ਆ ਰਹੇ ਹਨ, ਉਹ ਕਾਲੀਦਾਸ ਦੀ ਪ੍ਰੀਤਮਾ ਸੀ। ਉਹ ਆਪਣੇ ਸਵੰਬਰ ਸਮੇਂ ਕਾਲੀਦਾਸ ਤੋਂ ਵਧੇਕ ਸੁੰਦਰ ਵਰ ਹੋਰ ਲੱਭ ਹੀ ਨਹੀਂ ਸਕੀ। ਕਾਲੀਦਾਸ ਤੇ ਕਵਿਤਾ ਦੀ ਬਹੁਤ ਸੁੰਦਰ ਜੋੜੀ ਬਣੀ। ਐਸੀ ਪ੍ਰੇਮ ਭਰੀ ਮਨੋਹਰ ਜੋੜੀ ਕਿ ਦੋਵੇਂ ਅਮਰ ਹੋ ਗਏ। ਇਹ ਰਸਿਕ ਦਿਲਾਂ ਦੇ ਰਾਜਾ ਤੇ ਰਾਣੀ ਸਨ। ਇਹਨਾਂ ਦੀ ਸਲਤਨਤ ਸਦਾ ਸਾਹਿਤਕ ਹਿਰਦਿਆਂ ਤੇ ਕਾਇਮ ਰਹੇਗੀ। ਕਾਲੀਦਾਸ ਆਪਣੇ ਸਮੇਂ ਦਾ ਰਾਜਾ ਬਿਕਰਮਾਜੀਤ ਸੀ ਤੇ ਕਵਿਤਾ ਉਸ ਦੀ ਪਟਰਾਣੀ ਸੀ। ਅਸੀਂ ਉਸ ਸ਼ਹਿਨਸ਼ਾਹ ਬਾਰੇ ਕੁਝ ਨਹੀਂ ਜਾਣਦੇ ਕਿ ਉਹ ਕਿੱਥੇ ਤੇ ਕਦੋਂ ਜੰਮਿਆ, ਕਿੱਥੇ ਉਸ ਆਪਣੀ ਬਚਪਨ ਦੀ ਖੇਡ ਖੇਡੀ, ਕਿਵੇਂ ਕਿਸ ਆਸ਼ਰਮ ਵਿੱਚ ਉਸਨੇ ਵਿੱਦਿਆ ਪੜ੍ਹੀ, ਜ਼ਿੰਦਗੀ ਦੇ ਕੀ ਉਤਰਾਅ ਚੜ੍ਹਾਅ ਤੱਕੇ, ਉਸਦੇ ਜੀਵਨ ਦਾ ਕੀ ਪਿਛੋਕੜ ਸੀ ਆਦਿ। ਕਿਤਨੀ ਅਜੀਬ ਘਟਨਾ ਹੈ ਕਿ ਇੱਕ ਅਬਲਾ ਸਦੀਆਂ ਤੋਂ ਮੋਏ ਪੁਰਸ਼ ਨੂੰ ਜਿਉਂਦਿਆਂ ਰੱਖੀ ਆ ਰਹੀ ਹੈ। ਨਾਰੀ ਦੀ ਕਰਾਮਾਤ। ਕਵਿਤਾ ਆਪਣੇ ਪ੍ਰੀਤਮ ਕਾਲੀਦਾਸ ਬਾਰੇ ਜੋ ਕੁਝ ਦੱਸਦੀ ਹੈ ਉਹ ਤੇ ਦੱਸਦੀ ਹੀ ਹੈ। ਹੁਣ ਲੋਕ ਹੋਰ ਪੜਤਾਲਾਂ ਕਰਕੇ ਉਸ ਬਾਰੇ ਨਾ ਜਾਣੀਆਂ ਗੱਲਾਂ ਨੂੰ ਵੀ ਜਾਣਨਾ ਚਾਹੁੰਦੇ ਹਨ। ਉਹ ਅਨੁਮਾਨ ਲਾ ਕੇ ਦੱਸਦੇ ਹਨ ਕਿ ਕਾਲੀਦਾਸ ਹਿੰਦੁਸਤਾਨ ਦੇ ਪ੍ਰਤਾਪੀ ਬਾਦਸ਼ਾਹ ਬਿਕਰਮਾਜੀਤ ਜੀ ਦੇ 9 ਦਰਬਾਰੀ ਰਤਨਾਂ ਵਿੱਚੋਂ ਇੱਕ ਸੀ। ਪੁਰਾਣਾ ਇਤਿਹਾਸਕਾਰ ਰਾਜ ਤਰੰਗਣੀ ਦਾ ਕਰਤਾ ਕੱਲਣ ਆਪਣੀ ਪੁਸਤਕ ਵਿੱਚ 3 ਬਿਕਰਮਾਦਿੱਤਾਂ ਦਾ ਜ਼ਿਕਰ ਕਰਦਾ ਹੈ। ਕਿਹੜਾ ਕਿਸ ਸਮੇਂ ਇਹ ਨਹੀਂ ਪਤਾ। ਇੱਕ ਬਿਕਰਮਾਦਿੱਤ 11ਵੀਂ ਸਦੀ ਵਿੱਚ ਵੀ ਹੋਇਆ ਹੈ, ਇੱਕ 4ਥੀ ਸਦੀ ਵਿੱਚ ਤੇ ਇੱਕ 1 ਸਦੀ ਤੋਂ ਵੀ ਪਹਿਲਾਂ। ਦੱਸਿਆ ਜਾਂਦਾ ਹੈ ਕਿ ਇਸ ਪਹਿਲੇ ਵਿਕਰਮਾਦਿੱਤ ਦੇ ਨਾਮ ਤੇ ਹੀ 1 ਈਸਵੀ ਸਦੀ ਤੋਂ 56 ਵਰ੍ਹੇ ਪਹਿਲਾਂ ਇਸ ਦਾ ਬਿਕਰਮੀ ਸੰਮਤ ਸ਼ੁਰੂ ਹੋਇਆ, ਜੋ ਕੁਝ ਸਮਾਂ ਪਹਿਲਾਂ ਮਾਲਵਾ ਸੰਮਤ ਦੇ ਨਾਮ ਤੇ ਵੀ ਪ੍ਰਚਲਿਤ ਰਿਹਾ। ਇਹ ਬਿਕਰਮਾਦਿੱਤ ਉਜੈਨ ਦਾ ਬਾਦਸ਼ਾਹ ਸੀ। ਇਸ ਦੇ ਦਰਬਾਰ ਦਾ ਸ਼ਿੰਗਾਰ ਕਾਲੀਦਾਸ ਸੀ। ਕਾਲੀਦਾਸ ਆਪਣੀਆਂ ਪੁਸਤਕਾਂ ਵਿੱਚ ਉਜੈਨ ਨਗਰੀ ਦਾ ਚੰਗੇ ਗੂੜੇ ਸਨੇਹ ਨਾਲ ਬਿਆਨ ਕਰਦਾ ਹੈ। ਉਹ ਜਿਸ ਵੇਲੇ ਵੀ ਹੋਇਆ ਉਹ ਸਮਾਂ ਸੁਨਹਿਰੀ ਸੀ। ਉਹ ਰਾਜਾ ਭਾਗਵਾਨ ਹੋਵੇਗਾ ਜਿਸ ਦੇ ਦਰਬਾਰ ਵਿੱਚ ਉਸਨੇ ਆਪਣੀ ਕਵਿਤਾ ਦੇ ਸ਼ਲੋਕ ਉਚਾਰੇ। ਸਾਨੂੰ ਕੀ ਲੋੜ ਹੈ ਇਸ ਗੋਰਖ ਧੰਦੇ ਵਿੱਚ ਪੈਣ ਦੀ। ਇਸੇ ਤਰ੍ਹਾਂ ਕੁਝ ਲੋਕ ਉਸ ਦੀ ਜਾਤੀ ਤੇ ਧਰਮ ਬਾਰੇ ਵੀ ਭਿੰਨ ਵਿਚਾਰ ਰੱਖਦੇ ਹਨ। ਕੋਈ ਕਹਿੰਦਾ ਹੈ ਕਿ ਉਹ ਸਾਰਸਵਤ ਬ੍ਰਾਹਮਣ ਸੀ, ਕੋਈ ਉਸਨੂੰ ਬੰਗਾਲੀ, ਕੋਈ ਕਸ਼ਮੀਰੀ ਤੇ ਕੋਈ ਪੰਜਾਬੀ ਦੱਸਦਾ ਹੈ। ਦਰਅਸਲ ਗੱਲ ਇਹ ਹੈ ਕਿ ਕਾਲੀਦਾਸ ਅਤੀ ਸੁੰਦਰ ਰਤਨ ਸੀ ਜਿਸਨੂੰ ਹਰ ਪ੍ਰਾਂਤ ਜਾਂ ਜਾਤੀ ਵਾਲਾ ਆਪਣਾ ਦੱਸਣਾ ਚਾਹੁੰਦਾ ਹੈ। ਕਾਲੀਦਾਸ ਦੀਆਂ 7 ਪੁਸਤਕਾਂ ਪ੍ਰਸਿੱਧ ਹਨ, 4 ਕਾਵਿ ਤੇ 3 ਨਾਟਕ। ਰਘੁਵੰਸ਼, ਕੁਮਾਰ ਸੰਭਵ, ਰਿਤੂ ਸੰਹਾਰ ਅਤੇ ਮੇਘਦੂਤ ਇਹ 4 ਕਾਵਿ ਹਨ ਅਤੇ ਅਭਿਗਿਆਨ ਸ਼ਕੁੰਤਲਾ, ਵਿਕਰਮ ਉਰਵਸ਼ੀ ਤੇ ਮਾਲਵਿਕ ਅਗਨੀ ਮਿੱਤਰਮ ਇਹ 3 ਨਾਟਕ ਹਨ। ਇਹਨਾਂ ਤੋਂ ਇਲਾਵਾ ਹੋਰ ਵੀ 10-15 ਪੁਸਤਕਾਂ ਕਾਲੀਦਾਸ ਦੇ ਨਾਮ ਨਾਲ ਮਨਸੂਬ ਕੀਤੀਆਂ ਜਾਂਦੀਆਂ ਹਨ। ਰਘੁਵੰਸ਼ ਇਹ ਇੱਕ ਮਹਾਕਾਵਿ ਹੈ। ਇਸ ਦੀ ਕਥਾ ਕਹਾਣੀ ਦੀ ਉਸਾਰੀ ਵਾਲਮੀਕੀ ਰਾਮਾਇਣ ਤੇ ਆਧਾਰਿਤ ਹੈ। ਸੂਰਜਵੰਸ਼ੀ ਰਾਜਿਆਂ ਦਾ ਜੀਵਨ ਸਮਾਚਾਰ ਹੈ। ਇਸ ਦੇ ਕੁੱਲ 9 ਸਰਗ ਹਨ। ਇਸ ਮਹਾਕਾਵਿ ਵਿੱਚ ਨਦੀਆਂ, ਬਾਗਾਂ, ਪਹਾੜਾਂ, ਪਿੰਡਾਂ, ਸ਼ਹਿਰਾਂ ਤੇ ਕੁਦਰਤੀ ਨਜ਼ਾਰਿਆਂ ਦੇ ਚਿੱਤਰ ਬਹੁਤ ਸੋਹਣੇ ਚਿੱਤਰੇ ਗਏ ਹਨ। ਕੁਮਾਰ ਸੰਭਵ ਇਸ ਵਿੱਚ ਪਾਰਬਤੀ ਅਤੇ ਸ਼ਿਵ ਜੀ ਦੀ ਪ੍ਰੇਮ ਮਿਲਣੀ ਬਿਆਨ ਕੀਤੀ ਗਈ ਹੈ। ਹਿਮਾਲਿਆ ਦੀਆਂ ਬਰਫਾਨੀ ਚੋਟੀਆਂ ਦਾ ਸਿਖਰ ਅੱਜ ਵੀ ਦਿਲ ਨੂੰ ਠੰਡਾ ਤੇ ਮਨਮੋਹਣਾ ਲੱਗਦਾ ਹੈ। ਇਹਨਾਂ ਚੋਟੀਆਂ ਵਿੱਚ ਤਪ ਕਰਦੇ ਸ਼ਿਵ ਜੀ ਨੂੰ ਵੇਖ ਕੇ ਹੀ ਪਾਰਬਤੀ ਮੋਹਿਤ ਹੋ ਗਈ ਸੀ। ਪਹਿਲੇ ਸ਼ਿਵ ਸਮਾਧੀ ਵਿੱਚ ਸਨ। ਉਹ ਆਪਣੀ ਸਮਾਧੀ ਖੋਲ੍ਹਦੇ ਨਹੀਂ। ਪਾਰਬਤੀ ਬੇਚੈਨ ਹੈ। ਕਾਮਦੇਵ ਉਹਨਾਂ ਦੀ ਸਮਾਧੀ ਖੋਲ੍ਹਣ ਲਈ ਆਉਂਦਾ ਹੈ। ਫਿਰ ਸ਼ਿਵਾ ਦੇ ਤੇਜ ਨੈਣ ਉਸਨੂੰ ਭਸਮਾਭੂਤ ਕਰ ਦਿੰਦੇ ਹਨ। ਰਿਤੂ ਸੰਹਾਰ ਇਹ ਕੇਵਲ ਮੁਖਤਲਿਫ ਰੁੱਤਾਂ ਦੇ ਬਿਆਨ ਦਾ ਨਿੱਕਾ ਜਿਹਾ ਕਾਵਿ ਹੈ। ਗਰੀਖਮ ਤੋਂ ਸ਼ੁਰੂ ਹੋ ਕੇ ਬਸੰਤ ਰੁੱਤ ਤੇ ਮੁੱਕ ਜਾਂਦਾ ਹੈ। ਮੇਘਦੂਤ ਇਹ ਵੀ ਇੱਕ ਨਿੱਕਾ ਜਿਹਾ ਕਾਵਿ ਹੈ। ਇਸ ਵਿੱਚ ਕਵੀ ਨੇ ਮੇਘਾਂ ਦੀ ਸਾਂਵਲੀ ਉਜਲੀ ਸੁੰਦਰਤਾ ਦੇ ਭਿੰਨ ਨਜ਼ਾਰੇ ਚਿੱਤਰੇ ਹਨ। ਅਸਲ ਕਹਾਣੀ ਇਹ ਹੈ ਕਿ ਦੇਵਤਿਆਂ ਦੇ ਖਜ਼ਾਨਚੀ ਕੁਬੇਰ ਇੱਕ ਯਕਸ਼ ਨੂੰ ਸਰਾਪ ਦੇ ਦਿੰਦੇ ਹਨ, ਜਿਸ ਕਰਕੇ ਉਸਨੂੰ ਸਾਲ ਭਰ ਆਪਣੀ ਪ੍ਰੀਤਮਾ ਤੋਂ ਵਿਛੜੇ ਰਹਿਣਾ ਪੈਂਦਾ ਹੈ। ਯਕਸ਼ ਰਾਮਗਿਰੀ ਤੇ ਰਹਿੰਦਾ ਹੈ। ਉਸ ਦੀ ਪਤਨੀ ਅਲਕਾਪੁਰੀ ਵਿੱਚ, ਜੋ ਕਿ ਕੈਲਾਸ਼ ਦੀ ਚੋਟੀ ਤੇ ਇੱਕ ਬਾਤੀ ਹੈ। ਸਾਵਣ ਦੇ ਵਰਦੇ ਮੇਘਾਂ ਤੇ ਚਮਕਦੀਆਂ ਬਿਜਲੀਆਂ ਵਿੱਚ ਦੋਹਾਂ ਪ੍ਰੇਮੀਆਂ ਨੂੰ ਵਿਛੋੜੇ ਦਾ ਸਮਾਂ ਗੁਜ਼ਾਰਨਾ ਪੈਂਦਾ ਹੈ।
ਇਸ ਸਮੇਂ ਯਕਸ਼ ਆਪਣੀ ਪ੍ਰੀਤਮਾ ਪਾਸ ਮੇਘ ਨੂੰ ਦੂਤ ਬਣਾ ਕੇ ਆਪਣਾ ਸੰਦੇਸ਼ ਦੇਣ ਲਈ ਭੇਜਦਾ ਹੈ। ਅਭਿਗਿਆਨ ਸ਼ਕੁੰਤਲਾ। ਇਸ ਨਾਟਕ ਦੇ 5 ਅੰਕ ਹਨ। ਇਸ ਵਿੱਚ ਕਵੀ ਨੇ ਹਿੰਦੁਸਤਾਨ ਦੇ ਸ਼ਹਿਜ਼ਾਦੇ ਦੁਸ਼ਯੰਤ ਦੇ ਵਣ ਵਿੱਚ ਰਹਿਣ ਵਾਲੇ ਰਿਸ਼ੀਆਂ ਦੀ ਕੁੜੀ ਸ਼ਕੁੰਤਲਾ ਦੀ ਪ੍ਰੀਤ ਦਾ ਬਿਆਨ ਕੀਤਾ ਹੈ। ਵਿਕਰਮੋਰਵਸ਼ੀ ਨਾਟਕ, ਮਾਲਵਿਕਾਗਨੀ ਮਿੱਤਰਮ। ਇਸੇ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਨਾਟਕ ਨੇ ਉਹਨਾਂ ਦਾ ਵੀ ਇਸ ਅਧਿਆਏ ਦੇ ਵਿੱਚ ਵਰਣਨ ਕੀਤਾ ਗਿਆ ਹੈ। ਕਾਲੀਦਾਸ ਦੀ ਕਵਿਤਾ ਕੱਚਾ ਦੁੱਧ ਹੈ, ਕਿਤੇ ਪਤਲੀ ਲੱਸੀ ਨਹੀਂ। ਹਰ ਗੱਲ ਵਿੱਚ ਕੋਈ ਨਾ ਕੋਈ ਚਮਤਕਾਰ ਪਾਇਆ ਜਾਂਦਾ ਹੈ। ਉਸਨੇ ਉਪਮਾਵਾਂ ਬਹੁਤ ਮੰਨੀਆਂ ਗਈਆਂ ਹਨ, ਸੌਖੇ ਸੌਖੇ ਨਿੱਕੇ ਨਿੱਕੇ ਸ਼ਬਦਾਂ ਨਾਲ ਹੌਲਾ ਫੁੱਲ ਬਿਆਨ ਟੋਰੀ ਜਾਂਦਾ ਹੈ। ਪਰੰਤੂ ਕਵੀ ਜਦੋਂ ਭਿਆਨਕ ਨਜ਼ਾਰੇ ਚਿੱਤਰਦਾ ਹੈ ਤਾਂ ਬਿਜਲੀ ਵਰਗੇ ਗਰਜਵੇਂ ਸ਼ਬਦ ਲੈ ਆਉਂਦਾ ਹੈ। ਕਵੀ ਹਰ ਗੱਲ ਨੂੰ ਕਟਾਖਸ਼ ਨਾਲ ਬਿਆਨ ਕਰਨ ਵਿੱਚ ਮਾਹਿਰ ਹੈ। ਕਾਲੀਦਾਸ ਸੁੰਦਰਤਾ ਦਾ ਕਵੀ ਹੈ। ਸੁੰਦਰਤਾ ਦਾ ਬਿਆਨ ਉਹ ਬਹੁਤ ਸਾਦੀਆਂ ਗੱਲਾਂ ਵਿੱਚ ਕਰ ਜਾਂਦਾ ਹੈ, ਕਈ ਥਾਂ ਬੁਝਾਰਤਾਂ ਪਾ ਪਾ ਕੇ ਵੀ। ਇਉਂ ਅਸੀਂ ਵੇਖਦੇ ਹਾਂ ਕਿ ਕਾਲੀਦਾਸ ਦੇ ਸੁੰਦਰਤਾ ਦੇ ਬਿਆਨ, ਬ੍ਰਿਹੋ ਦੇ ਵਿਆਕੁਲ ਚਿੱਤਰ, ਕੁਦਰਤੀ ਨਜ਼ਾਰੇ ਹਰ ਪਹਿਲੂ ਤੋਂ ਪੂਰੇ ਪੂਰੇ ਉਤਰਦੇ ਦਿਸਦੇ ਹਨ। ਪੂਰਬ ਦੇ ਲੋਕ ਕਾਲੀਦਾਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ। ਇੱਕ ਵਿਦਵਾਨ ਸਮਾਲੋਚਕ ਨੇ ਤਾਂ ਇਹ ਕਿਹਾ ਹੈ ਕਿ ਹੱਥ ਦੀ ਚੀਚੀ ਲਾਗਲੀ ਉਂਗਲੀ ਨੂੰ ਅਨਾਮਿਕਾ ਦਾ ਨਾਮ ਐਵੇਂ ਨਹੀਂ ਦਿੱਤਾ ਗਿਆ। ਇਸ ਦੇ ਅਰਥ ਹਨ, ਉਸ ਦਾ ਕੋਈ ਨਾਂ ਥਾਂ ਨਹੀਂ ਹੈ ਜਾਂ ਉਹ ਹੈ ਹੀ ਨਹੀਂ। ਇਸ ਦਾ ਕਾਰਨ ਉਹ ਇਹ ਦੱਸਦਾ ਹੈ ਕਿ ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗਿਆ ਪਹਿਲੀ ਚੀਚੀ ਤੇ ਕਾਲੀਦਾਸ ਦਾ ਨਾਮ ਗਿਣਿਆ ਗਿਆ। ਉਸ ਤੋਂ ਬਾਅਦ ਅਜਿਹਾ ਹੋਰ ਕੋਈ ਕਵੀ ਹੀ ਨਹੀਂ ਸੀ। ਇਸ ਲਈ ਅਗਲੀ ਉਂਗਲੀ ਅਨਾਮਿਕਾ ਦਾ ਨਾਮ ਵੀ ਸਾਰਥਕ ਹੋ ਗਿਆ, ਕਿਉਂਕਿ ਅੱਗੇ ਨਾਮ ਲੈਣ ਨੂੰ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਹੈ ਹੀ ਨਹੀਂ ਸੀ। ਪੱਛਮ ਵਾਲਿਆਂ ਪਾਸ ਸਭ ਤੋਂ ਚੰਗਾ ਕਵੀ ਸ਼ੇਕਸਪੀਅਰ ਹੈ। ਉਹਨਾਂ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਇਹ ਕਹਿ ਕੇ ਕੀਤਾ ਹੈ ਕਿ ਉਹ ਹਿੰਦੁਸਤਾਨ ਦਾ ਸ਼ੇਕਸਪੀਅਰ ਸੀ। ਇਸ ਤੋਂ ਵੱਧ ਉਹ ਵਿਚਾਰੇ ਕੁਝ ਕਹਿ ਵੀ ਨਹੀਂ ਸੀ ਸਕਦੇ। ਅਜੇ ਪਤਾ ਨਹੀਂ ਪੂਰਬ ਤੇ ਪੱਛਮ ਵਾਲੇ ਸਮੂਹ ਕਾਵਿ ਪ੍ਰੇਮੀ ਕਿਤਨਾ ਚਿਰ ਉਸਦੀ ਕਵਿਤਾ ਦੇ ਮਹਿਕਦੇ ਫੁੱਲਾਂ ਦੀ ਸੁਗੰਧੀ ਮਾਣਦੇ ਰਹਿਣਗੇ। ਇਹ ਸੁਗੰਧੀ ਮੁੱਕਣ ਵਾਲੀ ਨਹੀਂ। ਤਾਂ ਵਿਦਿਆਰਥੀਓ, ਇਹ ਤਾਂ ਸੀਗਾ ਵਾਰਤਕ ਭਾਗ ਦੇ ਵਿੱਚੋਂ ਲੇਖ ਮਹਾਕਵੀ ਕਾਲੀਦਾਸ। ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇਸ ਦੇ ਪ੍ਰਸ਼ਨ ਉੱਤਰ ਕਰਵਾਏ ਜਾਣਗੇ। ਚੈਨਲ ਦੇ ਨਾਲ ਤੁਸੀਂ ਜੁੜੇ ਰਹਿਣਾ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਗੁੱਡ ਬਾਏ।